ਅਧੂਰਾ ਬਚਪਨ ਭਾਗ 5 ਦੀਪ ਦਾ ਸਕੂਲ ਨਵਾਂ ਸੀ, ਮੀਡੀਅਮ ਵੀ ਬਦਲ ਗਿਆ ਸੀ। ਉੱਪਰੋਂ ਉਸ ਦੀ ਤੀਸਰੀ ਕਲਾਸ। ਉਸ ਦੀ ਟੀਚਰ ਨੇ ਕਈ ਵਾਰ ਉਸ ਦੀ ਡਾਇਰੀ ਵਿੱਚ ਮਾਂ-ਬਾਪ ਨੂੰ ਮਿਲਣ ਲਈ ਕਿਹਾ। ਡਾਇਰੀ ਮਾਖੀ ਤਾਂ ਪੜ੍ਹ ਨਹੀਂ ਸੀ ਸਕਦੀ, ਹਰਦੇਵ ਸਿੰਘ ਕੋਲ ਟਾਈਮ ਨਹੀਂ ਸੀ। ਉਹ ਸ਼ਾਮ ਨੂੰ ਲੇਟ ਆਉਂਦਾ, ਉਸ ਵਕਤ ਉਸ ਦੀ ਸ਼ਰਾਬ ਪੀਤੀ ਹੋਣੀ। ਸਵੇਰ ਨੂੰ ਬੱਚਿਆਂ ਨੇ ਜਲਦੀ ਚਲੇ ਜਾਣਾ। ਕਈ ਦਿਨਾਂ ਬਾਅਦ ਵੀ ਜਦੋਂ ਦੀਪ ਦੇ ਮਾਂ-ਬਾਪ ਨਾ ਮਿਲਣ ਆਏ ਤਾਂ ਮੈਡਮ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ। ਉਸ ਨੇ ਮਾਂ-ਬਾਪ ਨੂੰ ਚਿੱਠੀ ਕੱਢ ਦਿੱਤੀ। ਚਿੱਠੀ ਮਿਲਦੇ ਹੀ ਹਰਦੇਵ ਸਿੰਘ ਸਕੂਲ ਗਿਆ। ਤੁਹਾਡੇ ਬੱਚੇ ਨੂੰ ਨਾ ਹਿੰਦੀ ਆਉਂਦੀ ਹੈ ਨਾ ਇੰਗਲਿਸ਼, ਅਸੀਂ ਇਸ ਨੂੰ ਪਿਛਲੀ ਕਲਾਸ ਵਿੱਚ ਬਿਠਾਉਣ ਲੱਗੇ ਸੀ। ਦੀਪ ਦੀ ਮੈਡਮ ਨੇ ਕਿਹਾ, ਮੈਂ ਸਮਝ ਸਕਦਾ ਹਾਂ ਤੁਹਾਡੀ ਗੱਲ। ਇਸ ਨੇ 2 ਸਾਲ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਉੱਥੇ ਇਸ ਦਾ ਮੀਡੀਅਮ ਪੰਜਾਬੀ ਸੀ, ਇਸ ਲਈ ਪਿਛਲੀ ਕਲਾਸ ਵਿੱਚ ਬਿਠਾ ਦੇਣਾ ਮਸਲਾ ਹੱਲ ਨਹੀਂ ਹੁੰਦਾ। ਮੈਂ ਇਸ ਨੂੰ ਟਿਊਸ਼ਨ ਦਾ ਪ੍ਰਬੰਧ ਕਰ ਦਿੰਦਾ ਹਾਂ, ਇਹ ਜਲਦੀ ਹੀ ਬਾਕੀ ਬੱਚਿਆਂ ਦੇ ਬਰਾਬਰ ਹੋ ਜਾਵੇਗਾ। ਦੇਵ ਸਿੰਘ ਨੇ ਮੈਡਮ ਨੂੰ ਤਸੱਲੀ ਦਿੰਦੇ ਹੋਏ ਕਿਹਾ। ਉਸਨੇ ਦੋਨੇ ਬੱਚਿਆਂ ਦੀ ਟਿਊਸ਼ਨ ਰੱਖ ਦਿੱਤੀ। ਦੀਪ ਦਾ ਕੰਮ ਹੁਣ ਹੋਰ ਵੱਧ ਗਿਆ, ਕਿਉਂਕਿ ਸ਼ਾਮ ਨੂੰ ਟਿਊਸ਼ਨ ਵਾਲੇ ਮਾਸਟਰ ਦੇ ਆਉਣ ਤੋਂ ਪਹਿਲਾਂ ਉਹ ਮੱਝ ਦਾ ਸਾਰਾ ਕੰਮ ਕਰ ਆਉਂਦਾ। ਦੀਪ ਸ਼ੁਰੂ ਤੋਂ ਹੀ ਦਿਮਾਗ ਦਾ ਤੇਜ਼ ਬੱਚਾ ਸੀ। ਉਹ ਹੌਲੀ-ਹੌਲੀ ਹਿੰਦੀ ਤੇ ਅੰਗਰੇਜ਼ੀ ਸਿੱਖਣ ਲੱਗਾ, ਨਾਲ-ਨਾਲ ਉਹ ਮੱਝ ਦਾ ਕੰਮ ਵੀ ਕਰਦਾ। ਉਹ ਹਰਦੇਵ ਸਿੰਘ ਦੇ ਪੁਰਾਣੇ ਸਾਈਕਲ ਨੂੰ ਕੈਂਚੀ ਚਲਾਉਣਾ ਸਿੱਖ ਗਿਆ, ਕਿਉਂਕਿ ਕਾਠੀ ਤੇ ਬੈਠ ਕੇ ਉਸਦੇ ਪੈਰ ਨਹੀਂ ਸੀ ਪਹੁੰਚਦੇ ਪੈਡਲਾਂ ਤੱਕ। ਟਿਊਸ਼ਨ ਤੋਂ ਬਾਅਦ ਉਸਦਾ ਛੋਟਾ ਭਰਾ ਤਾਂ ਖੇਡਣ ਨਿਕਲ ਜਾਂਦਾ, ਪਰ ਦੀਪ ਸਾਈਕਲ ਤੇ ਜਾ ਕੇ ਟਾਲ ਤੋਂ ਮੱਝ ਲਈ ਪੱਠੇ ਲੈ ਕੇ ਆਉਂਦਾ। ਟਾਲ ਵਾਲਾ ਪੱਠਿਆਂ ਦੀ ਬੋਲੀ ਸਾਈਕਲ ਦੇ ਕੈਰੀਅਰ ਤੇ ਰੱਖ ਦਿੰਦਾ। ਉਹ ਹੌਲੀ-ਹੌਲੀ ਸਾਈਕਲ ਰੋੜ ਕੇ ਘਰ ਆਉਂਦਾ। ਫਿਰ ਉਸਨੇ ਸਕੂਲ ਦਾ ਕੰਮ ਵੀ ਕਰਨਾ ਹੁੰਦਾ ਸੀ, ਟਿਊਸ਼ਨ ਦਾ ਵੀ। 6 ਮਹੀਨਿਆਂ ਚੋਂ ਕਲਾਸ 'ਚ ਬੈਠਣ ਜੋਗਾ ਹੋ ਗਿਆ। ਹੁਣ ਉਸਦੀ ਮੈਡਮ ਦੀ ਗੱਲ ਉਹਨੂੰ ਸਮਝ ਲੱਗਣ ਲੱਗ ਗਈ ਸੀ, ਪਰ ਉਹ ਅਜੇ ਵੀ ਨਾ ਹਿੰਦੀ ਬੋਲ ਸਕਦਾ ਸੀ ਨਾ ਅੰਗਰੇਜ਼ੀ। ਹੁਣ ਸੱਜਰ ਸੂਈ ਮੱਝ ਦਾ ਦੁੱਧ ਜ਼ਿਆਦਾ ਸੀ, ਇੰਨੇ ਦੁੱਧ ਦੀ ਲੋੜ ਨਹੀਂ ਸੀ। ਇਸ ਲਈ ਮਾਖੀ ਨੇ ਕੁਝ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ। ਜਦ ਹਰਦੇਵ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਲੋਹਾ ਲਾਖਾ ਹੋ ਗਿਆ। ਪਤਾ ਨਹੀਂ ਤੂੰ ਕਿਸ ਜਨਮ ਦਾ ਬਦਲਾ ਲੈ ਰਹੀ ਹੈ ਸਾਡੇ ਤੋਂ। ਤੂੰ ਪੱਠਿਆਂ ਵਾਲੇ ਸਰਦਾਰਾਂ ਦੀ ਨੂੰਹ ਹੈ। ਸਰਪੰਚ ਬਰਿਆਮ ਸਿੰਘ ਬਰਾੜ ਦੀ ਧੀ ਦੁੱਧ ਵੇਚ ਰਹੀ, ਮੇਰਾ ਤਾਂ ਘਰੋਂ ਨਿਕਲਣਾ ਦੁੱਬਰ ਹੋ ਗਿਆ, ਹਰਦੇਵ ਸਿੰਘ ਨੇ ਕਿਹਾ। ਉਹ ਵੀ ਸੱਚਾ ਸੀ। ਉਹ ਸਵੇਰੇ ਮਾਵੇ ਵਾਲੀ ਪੱਗ ਬੰਨ੍ਹ ਕੇ, ਕੋਟ ਪੈਂਟ ਪਾ ਕੇ, ਟਾਈ ਲਾ ਕੇ, ਉੱਪਰੋਂ ਦੀ ਰਿਵਾਲਵਰ ਪਾ ਕੇ ਜਦੋਂ ਮੋਟਰਸਾਈਕਲ ਤੇ ਪੱਠੇ ਵੱਲ ਜਾਂਦਾ ਤਾਂ ਉਸਦਾ ਰੋਹ ਵੇਖਣ ਵਾਲਾ ਹੁੰਦਾ। ਪੱਠੇ ਤੇ ਵੀ ਸਰਦਾਰ ਸਾਹਿਬ ਹੁੰਦੀ। ਉਹਦੇ ਘਰ ਵਾਲੀ ਦੁੱਧ ਵੇਚੇ ਸ਼ਰਮ ਵਾਲੀ ਗੱਲ ਸੀ। ਉਹ ਬਹੁਤ ਖਪਿਆ, ਪਰ ਮਾਖੀ ਟਸ ਤੋਂ ਮਸ ਨਾ ਹੋਈ। ਉਹ ਆਪਣਾ ਸਾਰਾ ਗੁੱਸਾ ਸ਼ਰਾਬ ਪੀ ਕੇ ਕੱਢਦਾ, ਜਿਸ ਕਰਕੇ ਰੋਜ਼ ਘਰ ਵਿੱਚ ਕਲੇਸ਼ ਰਹਿੰਦਾ। ਪਰ ਇਸ ਵਾਰ ਹਰਦੇਵ ਸਿੰਘ ਨੇ ਆਪਣੇ ਬਾਪੂ ਜੀ ਨੂੰ ਸ਼ਿਕਾਇਤ ਦਾ ਮੌਕਾ ਨਾ ਦਿੱਤਾ। ਆਸ ਨਾਲੋਂ ਵੱਧ ਪੱਠੇ ਦਾ ਕੰਮ ਚੱਲ ਪਿਆ, ਪਰ ਇਸ ਦੇ ਨਾਲ ਉਸਦੀ ਸ਼ਰਾਬ ਵੀ ਵੱਧ ਗਈ। ਬਾਪੂ ਜੀ ਨੇ ਕਦੇ-ਕਦੇ ਗੇੜਾ ਮਾਰਨਾ ਤਾਂ ਉਸ ਵਕਤ ਹਰਦੇਵ ਸਿੰਘ ਨੇ ਖਾਲੀ ਪਈਆਂ ਬੋਤਲਾਂ ਸਾਰੀਆਂ ਲੁਕੋ ਦੇਣੀਆਂ। 1 ਸਾਲ ਬਾਅਦ ਦੀਪ ਤੀਸਰੀ ਕਲਾਸ ਵਿੱਚ ਹੋ ਗਿਆ। ਹੁਣ ਉਹ ਕਲਾਸ 'ਚ ਬਹੁਤੇ ਬੱਚਿਆਂ ਨਾਲੋਂ ਚੰਗਾ ਸੀ, ਕਿਉਂਕਿ ਉਹ ਬਹੁਤ ਚੁਸਤ ਬੱਚਾ ਸੀ। ਇਸ ਲਈ ਉਸਨੇ ਛੇਤੀ ਹੀ ਪੜ੍ਹਾਈ ਵਾਲਾ ਗੈਪ ਪੂਰਾ ਕਰ ਲਿਆ। ਹਰਦੇਵ ਸਿੰਘ ਦਾ ਛੋਟਾ ਭਰਾ ਵੀ ਦਿੱਲੀ ਤੋਂ ਬੱਸਾਂ 'ਚੋਂ ਹਿੱਸਾ ਕੱਢ ਕੇ ਬਠਿੰਡੇ ਆ ਗਿਆ। ਉਸਨੇ ਇੱਕ ਮਕਾਨ ਮੁੱਲ ਲੈ ਲਿਆ, ਆਪਣੀ ਰਿਹਾਇਸ਼ ਉੱਥੇ ਹੀ ਕਰ ਲਈ। ਆਪ ਕਚਹਿਰੀ ਵਿੱਚ ਵਕਾਲਤ ਕਰਨ ਲੱਗਾ। ਹਰਦੇਵ ਸਿੰਘ ਭੱਠੇ ਦੀ ਆਮਦਨ ਵੱਧਦੀ ਵੇਖ ਅੰਗਰੇਜ਼ੀ ਸ਼ਰਾਬ ਦੇ ਠੇਕੇ ਵਿੱਚ ਹਿੱਸਾ ਪਾ ਲਿਆ। ਹੁਣ ਉਹ ਆਪਦੇ ਠੇਕੇ ਤੇ ਟੌਰ ਨਾਲ ਬੈਠ ਕੇ ਸ਼ਰਾਬ ਪੀਂਦਾ। ਕਈ ਵਾਰ ਉਸਦੇ ਨਾਨਕਿਆਂ ਤੋਂ ਹਰਦੇਵ ਸਿੰਘ ਦੇ ਮਾਮਾ ਜੀ ਨੇ ਵੀ ਆ ਜਾਣਾ। ਸਭ ਨੇ ਉੱਥੇ ਬੈਠ ਕੇ ਸ਼ਰਾਬ ਪੀਣੀ। ਹੁਣ ਉਹ ਘਰ ਅਕਸਰ ਲੇਟ ਆਉਂਦਾ। ਦੀਪ ਤੇ ਉਸਦੀ ਮਾਂ ਉਸਨੂੰ ਉਡੀਕਦੇ ਰਹਿੰਦੇ। ਮਾਖੀ ਨੇ ਕਿਹਦੇ ਨਾਲ ਗੱਲਾਂ ਕਰਨੀਆਂ ਸੀ। ਉਹ ਦੀਪ ਨਾਲ ਗੱਲਾਂ ਕਰਦੀ। ਮਾਂ ਦੀਆਂ ਗੱਲਾਂ ਸੁਣ ਕੇ ਦੀਪ ਨੇ ਡਰੀ ਜਾਣਾ। ਮਾਖੀ ਨੇ ਕਹਿਣਾ ਵੀ ਦੁਸ਼ਮਣੀ ਦਾ ਕੰਮ ਹੈ, ਠੀਕ ਠਾਕ ਘਰ ਆ ਜਾਣ ਤਾਂ ਚੰਗਾ। ਬੱਚੇ ਦੇ ਦਿਮਾਗ ਤੇ ਬੋਝ ਪਈ ਜਾਣਾ। ਉਸਨੇ ਬਾਹਰ ਜਾ ਕੇ ਵੇਖੀ ਜਾਣਾ। ਉਸ ਵਕਤ ਬਠਿੰਡਾ ਸ਼ਹਿਰ ਕੋਈ ਬਹੁਤਾ ਵੱਡਾ ਨਹੀਂ ਸੀ। ਉਹਨਾਂ ਦਾ ਠੇਕਾ ਬਾਜ਼ਾਰ ਵਿੱਚ ਸੀ। ਰਾਤ ਨੂੰ ਜਦੋਂ ਹਰਦੇਵ ਸਿੰਘ ਨੇ ਬੁਲਟ ਸਟਾਰਟ ਕਰਨਾ ਤਾਂ ਟਿੱਕੀ ਰਾਤ ਵਿੱਚ ਉਹ ਘਰੇ ਸੌਂ ਜਾਣਾ। ਦੀਪ ਨੇ ਭੱਜ ਕੇ ਦਰਵਾਜ਼ਾ ਖੋਲ੍ਹਣਾ। ਜਦੋਂ ਉਹ ਸ਼ਰਾਬੀ ਪਿਓ ਨੇ ਮੋਟਰਸਾਈਕਲ ਅੰਦਰ ਕਰ ਲੈਣਾ, ਉਸਨੇ ਫੇਰ ਦਰਵਾਜ਼ਾ ਬੰਦ ਕਰ ਦੇਣਾ। ਫੇਰ ਸ਼ਰਾਬੀ ਪਿਓ ਨੂੰ ਅੰਦਰ ਲੈ ਕੇ ਆਉਣਾ, ਉਸਦੇ ਜੁੱਤੇ ਲਾਉਣੇ, ਉਸਦੀ ਪੱਗ ਲਾ ਕੇ ਅਲਮਾਰੀ ਵਿੱਚ ਰੱਖਣੀ, ਉਸਦਾ ਰਿਵਾਲਵਰ ਵੀ ਅੰਦਰ ਰੱਖਣਾ। ਉਹ ਆਪਣੇ ਬਾਪ ਦੇ ਨਿੱਕੇ-ਨਿੱਕੇ ਕੰਮ ਕਰਦਾ, ਉਮਰ ਨਾਲੋਂ ਵੱਧ ਸਿਆਣਾ ਜਾਪਦਾ। ਫਿਰ ਉਦੋਂ ਤੱਕ ਉਸਦੀ ਮਾਂ ਰੋਟੀ ਪਾ ਕੇ ਲੈ ਆਉਂਦੀ। ਉਹ ਬੇਮਤਲਬ ਹੀ ਦਾਲ ਸਬਜ਼ੀ ਵਿੱਚ ਲੰਗੋਚਾ ਕੱਢਦਾ ਤੇ ਕਲੇਸ਼ ਸ਼ੁਰੂ ਹੋ ਜਾਂਦਾ। ਹਰਦੇਵ ਸਿੰਘ ਨੇ ਰੋਟੀ ਨਾ ਖਾਣੀ। ਦੀਪ ਨੇ ਉਸਦੀਆਂ ਮਿਹਨਤਾਂ ਕਰੀ ਜਾਣੀਆਂ ਵੀ ਰੋਟੀ ਖਾ ਲਵੋ, ਪਰ ਉਸਨੇ ਨਾ ਖਾਣੀ। ਦੀਪ ਨੇ ਆਪਣੇ ਹੱਥਾਂ ਨਾਲ ਨਿੱਕੀਆਂ-ਨਿੱਕੀਆਂ ਬੁਰਕੀਆਂ ਕਰਕੇ ਰੋਟੀ ਖਵਾਉਣ ਦੀ ਕੋਸ਼ਿਸ਼ ਕਰਨੀ, ਪਰ ਉਹ ਸ਼ਰਾਬ ਦਾ ਰੱਜਿਆ ਬਿਨਾਂ ਰੋਟੀ ਖਾਧੇ ਹੀ ਸੌਂ ਜਾਂਦਾ। ਦੀਪ ਦੀ ਭੈਣ ਵੀ ਹੁਣ ਤੁਰਨ ਲੱਗ ਗਈ ਸੀ। ਕਈ ਵਾਰ ਮਾਂ ਨੇ ਉਸਨੂੰ ਕਹਿਣਾ ਵੀ ਤੂੰ ਕਹਿ ਤੇਰੇ ਕਹੇ ਰੋਟੀ ਖਾ ਲਊ, ਕਿਉਂਕਿ ਹਰਦੇਵ ਸਿੰਘ ਆਪਦੀ ਧੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ। ਉਸ ਵਿਚਾਰੀ ਨੇ ਵੀ ਪਿਓ ਦੀ ਗੋਦੀ 'ਚ ਬੈਠ ਕੇ ਕਹਿਣਾ, ਪਾਪਾ ਰੋਟੀ ਖਾ ਲਵੋ। ਉਸਦੇ ਕਹੇ ਹਰਦੇਵ ਸਿੰਘ ਨੇ ਰੋਟੀ ਖਾ ਲੈਣੀ। ਕਿਤੇ ਜਾ ਕੇ ਸਾਰੇ ਪਰਿਵਾਰ ਨੇ ਸਾਹ ਲੈਣਾ। ਸੌਣ ਵੇਲੇ ਤੱਕ ਵੀ ਉਸਦੇ ਸ਼ਰਾਬੀ ਪਾਪਾ ਨੇ ਉਹੀ ਰੋਜ਼ ਵਾਲੀਆਂ ਗਾਲਾਂ ਕੱਢੀ ਜਾਣੀਆਂ। ਦੀਪ ਤੇ ਬਾਕੀ ਬੱਚੇ ਗਾਲਾਂ ਸੁਣਦੇ ਸੌ ਜਾਂਦੇ। ਸਵੇਰੇ ਉੱਠ ਕੇ ਫੇਰ ਦੀਪ ਪਹਿਲਾਂ ਮਾਂ ਨਾਲ ਜਾ ਕੇ ਮੱਝ ਦਾ ਕੰਮ ਕਰਦਾ, ਦੁੱਧ ਚੋ ਕੇ ਲਿਆਉਂਦੀ, ਫਿਰ ਉਹਨਾਂ ਨੇ ਸਕੂਲ ਲਈ ਤਿਆਰ ਕਰਦੀ। ਦੀਪ ਦੀ ਮਾਂ ਉਸਨੂੰ ਬਾਕੀ ਬੱਚਿਆਂ ਵਾਂਗੂ ਵਧੀਆ ਤਿਆਰ ਨਾ ਕਰਦੀ, ਨਾ ਉਸਦੇ ਜੁੱਤੇ ਪਾਲਿਸ਼ ਕਰਦੀ। ਜੂੜਾ ਕਰਕੇ ਚਿੱਟਾ ਰੁਮਾਲ ਜੂੜੇ ਤੇ ਬੰਨ੍ਹ ਦਿੰਦੀ। ਸਕੂਲ ਦੇ ਬਾਕੀ ਸਿੱਖ ਬੱਚੇ ਪੜ੍ਹ ਕੇ ਬੰਨ੍ਹ ਕੇ ਆਉਂਦੇ, ਉਹਨਾਂ ਦੇ ਵਧੀਆ ਪ੍ਰੈਸ ਕੀਤੇ ਹੋਏ ਕੱਪੜੇ ਪਾਏ ਹੋਣੇ, ਪਰ ਦੀਪ ਦੇ ਕੱਪੜੇ ਇਸ ਤਰ੍ਹਾਂ ਨਹੀਂ ਹੁੰਦੇ ਸੀ। ਉਸਦੀ ਮਾਂ ਨੇ ਬਿਨਾਂ ਪ੍ਰੈਸ ਕੀਤੀ ਕਮੀਜ਼ ਪਾ ਕੇ ਹੀ ਭੇਜ ਦੇਣਾ, ਨਾ ਉਸਦੇ ਜੁੱਤੇ ਪਾਲਿਸ਼ ਹੋਣੇ। ਉਸਦੀ ਮਾਂ ਟਿਫਨ ਵਿੱਚ ਸ਼ਾਹੀ ਨਾਲ ਲਿਖੇ ਕਾਗਜ਼ ਵਿੱਚ ਪਰੌਠਾ ਲਪੇਟ ਦਿੰਦੀ। ਜਦੋਂ ਉਹ ਦੁਪਹਿਰੇ ਟਿਫਨ ਖੋਲ੍ਹਦਾ ਤਾਂ ਉਸਦੇ ਪਰੌਠੇ ਤੇ ਸ਼ਾਹੀ ਲੱਗੀ ਹੋਣੀ, ਜਦੋਂ ਕਿ ਬਾਕੀ ਦੇ ਬੱਚਿਆਂ ਦੇ ਪਰੌਠੇ ਸਿਲਵਰ ਫਾਲ ਦੇ ਵਿੱਚ ਲਿਪਟੇ ਹੋਣੇ। ਜਦੋਂ ਉਹ ਬੱਚਿਆਂ ਸਾਹਮਣੇ ਟਿਫਨ ਖੋਲ੍ਹਦਾ ਤਾਂ ਬਾਕੀ ਬੱਚੇ ਉਸਦਾ ਮਜ਼ਾਕ ਉਡਾਉਂਦੇ। ਕਲਾਸ ਵਿੱਚ ਬੱਚੇ ਕਈ ਵਾਰ ਉਸਦਾ ਰੁਮਾਲ ਜੂੜੇ ਤੋਂ ਲਾ ਦਿੰਦੇ। ਦੀਪ ਕਲਾਸ ਦੇ ਬੱਚਿਆਂ ਤੋਂ ਡਰਨ ਲੱਗਾ ਸੀ। ਜਿੱਥੇ
ਜਿੱਥੇ ਦੀਪ ਦਿਮਾਗ ਵਿੱਚ ਆਪਣੇ ਹਾਨ ਦੇ ਬੱਚਿਆਂ ਨਾਲੋਂ ਕਿਤੇ ਵੱਧ ਤੇਜ਼ ਸੀ, ਉੱਥੇ ਸਰੀਰਕ ਪੱਖੋਂ ਵੀ ਆਪਦੇ ਹਾਨ ਦੇ ਬੱਚਿਆਂ ਨਾਲੋਂ ਚੰਗਾ ਸੀ। ਉਸ ਦਾ ਕੱਦ ਵੀ ਆਪਣੇ ਹਾਨੀਆਂ ਨਾਲੋਂ ਲੰਮਾ ਸੀ। ਚੌਥੀ ਕਲਾਸ ਵੀ ਉਸਨੇ ਚੰਗੇ ਨੰਬਰਾਂ ਨਾਲ ਪਾਸ ਕਰ ਲਈ। ਇਸ ਸਾਲ ਉਹ 5ਵੀਂ ਕਲਾਸ ਵਿੱਚ ਹੋ ਗਿਆ। ਉਹਦਾ 2 ਸਾਲ ਪੱਠਾ ਵਧੀਆ ਚੱਲਿਆ, ਪਰ ਹੁਣ ਪੱਠੇ ਦੇ ਨੇੜੇ ਵਾਲੀ ਸਾਰੀ ਜ਼ਮੀਨ ਨੀਵੀਂ ਹੋ ਗਈ। ਇਸ ਲਈ ਹੁਣ ਇੱਟਾਂ ਦਾ ਪੱਥਣ ਲਈ ਦੂਰ ਜ਼ਮੀਨ ਠੇਕੇ ਤੇ ਲੈਣੀ ਪਈ। ਉੱਥੋਂ ਕੱਚੀਆਂ ਇੱਟਾਂ ਪੱਠੇ ਤੇ ਲਿਆਉਣ ਲਈ ਕਾਫੀ ਲੇਬਰ ਦੀ ਲੋੜ ਸੀ। ਹਰਦੇਵ ਸਿੰਘ ਸਮਾਂ ਰਹਿੰਦੇ ਲੇਬਰ ਦਾ ਇੰਤਜ਼ਾਮ ਨਾ ਕਰ ਸਕਿਆ। ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਕੱਚੀਆਂ ਇੱਟਾਂ ਅੱਧੀਆਂ ਹੀ ਪੱਠੇ ਤੇ ਪਹੁੰਚ ਸਕੀਆਂ। ਬਰਸਾਤਾਂ ਸ਼ੁਰੂ ਹੋ ਗਈਆਂ, ਬਾਕੀ ਬਚਦੀਆਂ ਕੱਚੀਆਂ ਇੱਟਾਂ ਉੱਥੇ ਹੀ ਖਰਾਬ ਹੋ ਗਈਆਂ। ਪਰ ਇੱਟਾਂ ਪੱਥਣ ਦੀ ਲੇਬਰ ਪੂਰੀ ਦੇਣੀ ਪਈ। ਉਧਰ ਪੱਕੀਆਂ ਇੱਟਾਂ ਵੀ ਅੱਧੀਆਂ ਹੀ ਪੱਕਣੀਆਂ ਸਨ। ਸ਼ਰਾਬ ਦੇ ਠੇਕੇ ਦਾ ਜਦੋਂ ਹਿਸਾਬ ਕੀਤਾ, ਆਪਦੇ ਹਿੱਸੇ ਤੋਂ ਕਿਤੇ ਵੱਧ ਦੀ ਸ਼ਰਾਬ ਤਾਂ ਹਰਦੇਵ ਸਿੰਘ ਨੇ ਆਪ ਹੀ ਪੀ ਲਈ ਸੀ ਜਾਂ ਪਿਲਾ ਦਿੱਤੀ ਸੀ। ਸ਼ਰਾਬ ਦੇ ਠੇਕੇ 'ਚ ਉਸਨੇ ਕਾਫੀ ਪੈਸੇ ਖਰਾਬ ਕੀਤੇ। ਉਹ ਪਹਿਲਾ ਬੰਦਾ ਸੀ ਜਿਸ ਨੂੰ ਸ਼ਰਾਬ ਦੇ ਠੇਕੇ 'ਚ ਵੀ ਘਾਟਾ ਪੈ ਗਿਆ। ਬਾਪੂ ਜੀ ਨੂੰ ਜਦੋਂ ਅੱਧੀਆਂ ਇੱਟਾਂ ਬਾਰੇ ਪਤਾ ਲੱਗਾ, ਉਹ ਬਹੁਤ ਨਾਰਾਜ਼ ਹੋਏ। ਮੈਂ ਤੈਨੂੰ ਦੱਸਦਾ, ਪਿੰਡ ਆ ਕੇ ਮੈਂ ਲੇਬਰ ਇੱਥੋਂ ਭੇਜ ਦਿੰਦਾ, ਪਰ ਤੈਨੂੰ ਸ਼ਰਾਬ ਪੀਣ 'ਚੋਂ ਫੁਰਸਤ ਹੁੰਦੀ ਤਾਂ ਦੱਸਦਾ। ਬਾਪੂ ਜੀ ਬਹੁਤ ਗੁੱਸੇ 'ਚ ਸਨ। ਨਹੀਂ, ਮੈਂ ਹੁਣ ਇੰਨੀ ਸ਼ਰਾਬ ਤਾਂ ਨਹੀਂ ਪੀਂਦਾ। ਹਰਦੇਵ ਸਿੰਘ ਨੇ ਝੂਠ ਬੋਲਦਿਆਂ ਸਫਾਈ ਦਿੱਤੀ। ਝੂਠ ਨਾ ਬੋਲ, ਮੈਨੂੰ ਛੋਟੇ ਨੇ ਸਾਰੀ ਰਿਪੋਰਟ ਦਿੱਤੀ ਹੈ ਤੇਰੀ। ਤੂੰ ਤੇ ਤੇਰਾ ਉਹ ਚਗਲ ਮਾਮਾ ਰੋਜ਼ ਠੇਕੇ ਤੇ ਬੈਠੇ ਹੁੰਦੇ ਸੀ। ਪਹਿਲਾਂ ਤੈਨੂੰ ਸ਼ਰਾਬ ਦੇ ਠੇਕੇ 'ਚ ਹਿੱਸਾ ਪਾਉਣ ਨੂੰ ਕਿਸ ਨੇ ਕਿਹਾ ਸੀ? ਬਾਪੂ ਜੀ ਨੇ ਕਿਹਾ। ਦਰਅਸਲ ਹਰਦੇਵ ਸਿੰਘ ਦਾ ਛੋਟਾ ਭਰਾ ਬਾਪੂ ਜੀ ਨੂੰ ਵੱਡੇ ਭਰਾ ਦੀਆਂ ਸਾਰੀਆਂ ਕਰਤੂਤਾਂ ਦੱਸਦਾ ਸੀ। ਉਹ ਆਪ ਬਾਪੂ ਜੀ ਦੀ ਨਜ਼ਰ 'ਚ ਚੰਗਾ ਬਣ ਲਈ ਜਾਣ ਬੁੱਝ ਕੇ ਸਭ ਕਰਦਾ ਸੀ। ਸੁਣ ਲੈ ਮੇਰੀ ਗੱਲ, ਕੰਨ ਖੋਲ ਕੇ। ਹੁਣ ਤੈਨੂੰ ਹਿਸਾਬ ਨਾਲ ਪੈਸੇ ਮਿਲਣੇ ਪਿੰਡੋਂ ਵੀ। ਆਪਦਾ ਖਰਚਾ ਘਟਾ ਲੈ ਜਾਂ ਕਮਾਈ ਵਧਾ ਲੈ। ਹੁਣ ਉਹਨੇ ਪੈਸੇ ਮੈਥੋਂ ਛੋਟਾ ਵੀ ਮੰਗਦਾ। ਉਹ ਵੀ ਸਹੀ ਹੈ ਆਪਣੀ ਥਾਂ। ਉਹ ਕਹਿੰਦਾ ਵੀ ਜਿੰਨੇ ਵੱਡੇ ਨੂੰ ਦਿੰਦੇ ਹੋ ਉਹਨੇ ਮੈਨੂੰ ਵੀ ਦਿਆ ਕਰੋ। ਮੇਰੇ ਕੋਲ ਵੀ ਨੋਟਾਂ ਦਾ ਖੂਹ ਨਹੀਂ ਪੱਟਿਆ ਵੀ ਕੱਢ ਦੇਈ ਜਾਵਾਂ। ਬਾਪੂ ਜੀ ਨੇ ਸਾਫ਼ ਗੱਲ ਕਹਿ ਦਿੱਤੀ। ਇੱਕ ਗੱਲ ਹੋਰ, ਉਹ ਕਹਿੰਦਾ ਵੀ ਹਵੇਲੀ ਸਾਂਝੀ ਹੈ, ਇਸ ਲਈ ਉਹ ਚਾਹੁੰਦਾ ਹੈ ਕਿ ਅੱਧੀ ਹਵੇਲੀ ਦਾ ਕਿਰਾਇਆ ਵੀ ਤੂੰ ਉਸ ਨੂੰ ਦੇਵੇਂ। ਪਰ ਇਸ ਗੱਲ ਤੋਂ ਮੈਂ ਉਸ ਨੂੰ ਵਰਜ ਦਿੱਤਾ। ਬਾਪੂ ਜੀ ਨੇ ਕਈ ਖੁਲਾਸੇ ਕੀਤੇ। ਹਰਦੇਵ ਸਿੰਘ ਚੁੱਪਚਾਪ ਸਭ ਕੁਝ ਸੁਣਦਾ ਰਿਹਾ। ਉਸ ਨੂੰ ਆਪਣੇ ਛੋਟੇ ਭਰਾ ਤੇ ਗੁੱਸਾ ਆ ਰਿਹਾ ਸੀ। ਨਾਲੇ ਉਹ ਕਈ ਵਾਰ ਉਸ ਦੇ ਠੇਕੇ ਤੋਂ ਸ਼ਰਾਬ ਲੈ ਕੇ ਪੀ ਗਿਆ। ਨਾਲੇ ਬਾਪੂ ਜੀ ਕੋਲ ਚੁਗਲੀ ਕਰ ਦਿੱਤੀ। ਬਾਪੂ ਜੀ ਨੇ ਪੈਸਿਆਂ ਵੱਲੋਂ ਹੱਥ ਘੁੱਟਣ ਤੇ ਹਰਦੇਵ ਸਿੰਘ ਦੀ ਪੋਜੀਸ਼ਨ ਟਾਈਟ ਹੋ ਗਈ। ਉਸ ਨੂੰ ਰੋਜ਼ ਸ਼ਰਾਬ ਪੀਣ ਦੀ ਆਦਤ ਤਾਂ ਪੈ ਗਈ ਸੀ। ਨਾਲ ਉਹ ਬਹੁਤ ਵਾਰੀ ਸ਼ਰਾਬ ਪੀਤੀ 'ਚ ਲੇਬਰ ਨੂੰ ਪੈਸੇ ਦੇ ਕੇ ਲਿਖਣਾ ਵੀ ਭੁੱਲ ਜਾਂਦਾ। ਉੱਪਰੋਂ ਉਸ ਨੂੰ ਪੱਠੇ ਦੀ ਆਮਦਨ ਘੱਟ ਹੋ ਗਈ। ਹੁਣ ਉਸ ਦਾ ਹੱਥ ਤੰਗ ਰਹਿਣ ਲੱਗਾ, ਪਰ ਉਸਨੇ ਸ਼ਰਾਬ ਪੀਣੀ ਘੱਟ ਨਾ ਕੀਤੀ। ਕਈ ਵਾਰ ਉਹ ਬੱਚਿਆਂ ਦੀ ਫੀਸ ਨੂੰ ਵੀ ਲੇਟ ਕਰ ਦਿੰਦਾ। ਬਾਪੂ ਜੀ ਨੇ ਪਿੰਡੋਂ ਉਸਦੇ ਹਿੱਸੇ 'ਚ ਇੱਕ ਲਵੇਰੀ ਭੇਜ ਦਿੱਤੀ। ਉਧਰ ਮਾਮਾ ਜੀ ਤੋਕੜ ਮੱਝ ਲੈ ਜਾਂਦੇ ਤੇ ਸੱਜਰ ਸੂਈ ਛੱਡ ਜਾਂਦੇ। ਹੁਣ 2 ਮੱਝਾਂ ਹੋ ਗਈਆਂ ਸਾਂਭਣ ਨੂੰ। ਉਹ ਕਹਿੰਦੇ ਹੁੰਦੇ ਨੇ ਨੀਤਾਂ ਨੂੰ ਮੁਰਾਦਾਂ ਨੇ। ਉਹੀ ਗੱਲ ਮਾਖੀ ਨਾਲ ਹੋਈ। ਪਹਿਲਾਂ ਉਹ ਸਭ ਕੁਝ ਹੁੰਦੇ ਸੁੰਦੇ ਵੀ ਦੁੱਧ ਵੇਚਦੀ ਸੀ, ਪਰ ਰੱਬ ਨੇ ਉਸਦੀ ਨੀਤ ਨੂੰ ਐਸੀ ਮੁਰਾਦ ਲਾਈ ਕਿ ਹੁਣ ਦੁੱਧ ਵੇਚਣਾ ਉਸਦੀ ਮਜਬੂਰੀ ਬਣ ਗਿਆ। ਉਸਨੇ ਦੁੱਧ ਦੀ ਆਮਦਨ ਨਾਲ ਘਰ ਦਾ ਰਾਸ਼ਨ ਤੇ ਬੱਚਿਆਂ ਦੀ ਪੜ੍ਹਾਈ ਦਾ ਸਮਾਨ ਮੰਗਵਾਉਣਾ ਸ਼ੁਰੂ ਕਰਤਾ। ਦੀਪ ਵਿਚਾਰਾ ਹੁਣ ਮੱਝਾਂ ਦੇ ਪੱਠਿਆਂ ਦੇ ਨਾਲ ਘਰ ਦਾ ਰਾਸ਼ਨ ਵੀ ਬਾਜ਼ਾਰ ਤੋਂ ਲੈ ਕੇ ਆਉਂਦਾ। ਕਈ ਵਾਰ ਤਾਂ ਹਰਦੇਵ ਸਿੰਘ ਵੀ ਉਸ ਨੂੰ ਭੇਜ ਕੇ ਸ਼ਰਾਬ ਦੀ ਬੋਤਲ ਮੰਗਵਾ ਲੈਂਦਾ। ਦੀਪ ਹੁਣ ਖਰੀਦਦਾਰੀ 'ਚ ਮਾਹਿਰ ਹੋ ਗਿਆ। ਹਰਦੇਵ ਸਿੰਘ ਵੀ ਉਸ ਨੂੰ ਇਸ ਹੁਸ਼ਿਆਰੀ ਤੇ ਖੁਸ਼ ਹੁੰਦਾ। ਪਰ ਹਰਦੇਵ ਸਿੰਘ ਨੇ ਕਦੇ ਬੱਚਿਆਂ ਦੇ ਸਕੂਲ ਜਾ ਕੇ ਇਹ ਨਹੀਂ ਸੀ ਵੇਖਿਆ ਕਿ ਉਸਦੇ ਬੱਚੇ ਸਕੂਲ 'ਚ ਬਾਕੀ ਬੱਚਿਆਂ ਵਰਗੇ ਲੱਗਦੇ ਹਨ ਕਿ ਨਹੀਂ। ਇਸ ਤਰ੍ਹਾਂ ਜ਼ਿੰਦਗੀ ਦੇ ਕੁਝ ਮਹੀਨੇ ਹੋਰ ਨਿਕਲ ਗਏ। ਦੀਪ ਨੂੰ ਹੁਣ ਕੰਮ ਕਰਨਾ ਔਖਾ ਨਾ ਲੱਗਦਾ। ਉਸ ਨੂੰ ਪਤਾ ਹੀ ਨਹੀਂ ਸੀ ਕਿ ਇਸ ਉਮਰ ਦੇ ਬੱਚੇ ਖੇਡਦੇ ਵੀ ਹਨ, ਕਿਉਂਕਿ ਬੱਚਿਆਂ ਵਾਂਗ ਖੇਡਣਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀ। ਇੱਕ ਦਿਨ ਇੱਕ 20 ਸਾਲਾਂ ਦੀ ਜਵਾਨ ਕੁੜੀ ਜੋ ਆਪਣੇ ਆਪ ਨੂੰ LIC ਦੀ ਏਜੰਟ ਕਹਿੰਦੀ ਸੀ, ਉਹ ਮਾਖੀ ਕੋਲ ਘਰ ਆਈ। ਉਸਨੇ ਮਾਖੀ ਨੂੰ ਪੈਸੇ ਜਮ੍ਹਾਂ ਕਰਾਉਣ ਦੀ ਕਈ ਸਕੀਮਾਂ ਦੱਸੀਆਂ। ਮਾਖੀ ਨੇ ਵੀ 20 ਰੁਪਏ ਮਹੀਨੇ ਦੀ ਕਿਸ਼ਤ ਵਾਲੀ ਸਕੀਮ 'ਚ ਪੈਸੇ ਲਾ ਦਿੱਤੇ। ਹੌਲੀ ਉਸ ਕੁੜੀ ਦਾ ਮਾਖੀ ਕੋਲ ਆਉਣਾ ਜਾਣਾ ਵੱਧ ਗਿਆ। ਉਸਨੇ ਆਪਣੀ ਰਹਿਣ ਦੀ ਸਮੱਸਿਆ ਜ਼ਾਹਿਰ ਕੀਤੀ। ਉਸਨੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੀ ਹੈ ਤੇ ਨੌਕਰੀ ਲਈ ਇੱਥੇ ਆਈ ਹੈ। ਪਹਿਲਾਂ ਉਹ ਕਿਸੇ ਸਹੇਲੀ ਨਾਲ ਰਹਿੰਦੀ ਸੀ, ਹੁਣ ਉਸ ਦੀ ਸਹੇਲੀ ਦਾ ਵਿਆਹ ਹੋ ਗਿਆ। ਉਸ ਨੂੰ ਰਹਿਣ ਲਈ ਸਮੱਸਿਆ ਆ ਗਈ। ਆਂਟੀ, ਮੈਂ ਕੋਈ ਰਹਿਣ ਦਾ ਟਿਕਾਣਾ ਲੱਭ ਦਿਓ। ਉਸਨੇ ਮਾਖੀ ਨੂੰ ਕਿਹਾ, ਰਹਿਣ ਨੂੰ ਤਾਂ ਭਾਵੇਂ ਤੂੰ ਸਾਡੇ ਨਾਲ ਹੀ ਰਹਿ ਜਾਵੇਂ, ਪਰ ਮੈਨੂੰ ਤੇਰੇ ਅੰਕਲ ਤੋਂ ਪੁੱਛਣਾ ਪੈਣਾ। ਮੈਂ ਅੱਜ ਹੀ ਗੱਲ ਕਰਦੀ ਹਾਂ, ਜੇ ਉਹ ਮੰਨ ਗਏ ਤਾਂ ਤੂੰ ਫਿਰ ਸਾਡੇ ਨਾਲ ਹੀ ਰਹਿ ਜਾਈਂ। ਮਾਖੀ ਨੇ ਕਿਹਾ, ਆਂਟੀ ਬਸ 2 ਮਹੀਨਿਆਂ ਦੀ ਗੱਲ ਹੈ, ਫਿਰ ਮੇਰੀ ਬਦਲੀ ਹੋ ਜਾਣੀ ਹੈ। ਉਸਨੇ ਮਾਖੀ ਨੂੰ ਕਿਹਾ। ਅਗਲੇ ਦਿਨ ਮਾਖੀ ਨੇ ਹਰਦੇਵ ਸਿੰਘ ਨਾਲ ਗੱਲ ਕੀਤੀ ਵੀ 2 ਮਹੀਨਿਆਂ ਦੀ ਗੱਲ ਹੈ। ਹਰਦੇਵ ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਸਨੇ ਤਾਂ ਰਾਤ ਨੂੰ ਘਰੇ ਆਉਣਾ ਹੁੰਦਾ ਸੀ। ਉਸ ਤੇ ਹਾਂ ਕਰਦੇ ਹੀ ਉਹ ਕੁੜੀ ਆਪਣਾ ਸਮਾਨ ਲੈ ਕੇ ਉਹ ਮਾਖੀ ਨਾਲ ਰਸੋਈ 'ਚ ਮਦਦ ਕਰਵਾ ਦਿੰਦੀ, ਬੱਚਿਆਂ ਨੂੰ ਪੜ੍ਹਾ ਦਿੰਦੀ। ਇਸ ਦੇ ਬਦਲੇ ਉਹ 3 ਟਾਈਮ ਦੀ ਰੋਟੀ ਵੀ ਮਾਖੀ ਕੋਲ ਹੀ ਖਾਂਦੀ। ਮਾਖੀ ਨੂੰ ਵੀ ਗੱਲਬਾਤ ਲਈ ਸਹੇਲੀ ਮਿਲ ਗਈ ਸੀ। ਉਹ ਸਾਰਾ ਪਰਿਵਾਰ ਇੱਕ ਕਮਰੇ 'ਚ ਸੌਂ ਕੇ ਉਹ ਕੁੜੀ ਦੂਸਰੇ ਕਮਰੇ ਵਿੱਚ ਇਕੱਲੀ ਸੌਂਦੀ। ਉਸ ਕੁੜੀ ਦੇ ਘਰ 'ਚ ਰਹਿਣ ਨਾਲ ਮਾਖੀ ਤੇ ਹਰਦੇਵ ਦਾ ਕਲੇਸ਼ ਥੋੜਾ ਘੱਟ ਹੋ ਗਿਆ। ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਬੱਚਿਆਂ ਨੂੰ ਹੋਈ। ਇੱਕ ਦਿਨ ਰਾਤ ਨੂੰ ਉਸ ਕੁੜੀ ਦੇ ਕਮਰੇ 'ਚੋਂ ਉਸਦੇ ਚੀਕਣ ਦੀ ਆਵਾਜ਼ ਆਈ। ਹਰਦੇਵ ਸਿੰਘ ਤਾਂ ਸ਼ਰਾਬੀ ਸੀ। ਮਾਖੀ ਤੇ ਦੀਪ ਉਸਦੇ ਕਮਰੇ 'ਚ ਗਏ। ਉਹ ਬਿਸਤਰ ਤੇ ਬੈਠੀ ਹੋਈ ਰੋ ਰਹੀ ਸੀ। ਮਾਖੀ ਨੇ ਉਸ ਨੂੰ ਸੰਭਾਲਿਆ। ਕੀ ਹੋਇਆ ਤੈਨੂੰ? ਇੰਨੀਆਂ ਚੀਕਾਂ ਕਿਉਂ ਮਾਰ ਰਹੀ ਸੀ? ਮਾਖੀ ਨੇ ਉਸ ਨੂੰ ਜੱਫੀ ਪਾ ਕੇ ਪਿਆਰ ਕਰਦਿਆਂ ਕਿਹਾ, ਆਂਟੀ ਜੀ ਮੈਂ ਡਰ ਗਈ ਸੀ, ਮੈਨੂੰ ਕੋਈ ਡਰਾਵਨਾ ਸੁਪਨਾ ਆਇਆ ਸੀ। ਦਰਅਸਲ ਮੈਂ ਇਕੱਲੀ ਕਦੇ ਕਮਰੇ 'ਚ ਨਹੀਂ ਸੁੱਤੀ, ਸ਼ਾਇਦ ਇਸ ਕਰਕੇ ਹੋ ਗਿਆ।
ਉਸਨੇ ਕਿਹਾ, ਹੁਣ ਤੂੰ ਠੀਕ ਹੈ? ਮਾਖੀ ਨੇ ਪੁੱਛਿਆ। ਹਾਂ ਜੀ ਆਂਟੀ ਜੀ, ਠੀਕ ਹਾਂ। ਤੁਸੀਂ ਦੀਪ ਨੂੰ ਮੇਰੇ ਕੋਲ ਪਾ ਦਿਆ ਕਰੋ ਰਾਤ ਨੂੰ, ਫਿਰ ਮੈਨੂੰ ਡਰ ਨਹੀਂ ਲੱਗਣਾ। ਉਸਨੇ ਕਿਹਾ, ਹਾਂ ਇਹ ਵੀ ਠੀਕ ਹੈ, ਸੌਣਾ ਹੀ ਹੈ, ਇਹ ਤੇਰੇ ਕੋਲ ਸੌਂ ਜਾਇਆ ਕਰੂ। ਦੀਪ ਦੀ ਮਾਂ ਨੇ ਉਸ ਰਾਤ ਤੋਂ ਹੀ ਦੀਪ ਉਸ ਦੇ ਕਮਰੇ 'ਚ ਹੀ ਨਹੀਂ ਸਗੋਂ ਉਸ ਦੇ ਹੀ ਬਿਸਤਰ 'ਚ ਸੌਣ ਲੱਗ ਗਿਆ। ਦੀਪ ਦੀ ਮਾਂ ਨੇ ਸ਼ਾਇਦ ਇਹ ਗਲਤੀ ਬਿਨਾਂ ਸੋਚੇ ਸਮਝੇ ਕਰ ਦਿੱਤੀ। ਅਗਲੀ ਰਾਤ ਉਹ ਕੁੜੀ ਆਪਦੀਆਂ ਗੰਦੀਆਂ ਹਰਕਤਾਂ ਤੇ ਉਤਰ ਆਈ। ਉਹ ਦੀਪ ਨਾਲ ਗਲਤ ਹਰਕਤਾਂ ਕਰਨ ਲੱਗ ਗਈ। ਉਸਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦੀਪ ਨੂੰ ਗੰਦੀਆਂ ਹਰਕਤਾਂ ਕਰਨ ਲਈ ਕਿਹਾ। ਦੀਪ ਨੇ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਦੀਪ ਨੂੰ ਡਰਾ ਦਿੱਤਾ ਵੀ ਜੇ ਉਸਨੇ ਉਸਦੀ ਗੱਲ ਨਾ ਮੰਨੀ ਤਾਂ ਉਹ ਉਸਦੀ ਮਾਂ ਨੂੰ ਕਹੂ ਕਿ ਦੀਪ ਮੇਰੇ ਨਾਲ ਗੰਦੀਆਂ ਹਰਕਤਾਂ ਕਰਦਾ। ਦੀਪ ਡਰ ਗਿਆ। ਡਰਦਾ ਦੀਪ ਹੁਣ ਉਸਦੇ ਇਸ਼ਾਰਿਆਂ ਤੇ ਨੱਚਣ ਲੱਗ ਗਿਆ। ਦੀਪ ਦੀ ਉਮਰ ਉਸ ਵਕਤ ਮਹਿਜ 9.5 ਸਾਲ ਦੀ ਸੀ। ਦੀਪ ਦੀ ਜ਼ਿੰਦਗੀ 'ਚ ਇੱਕ ਹੋਰ ਨਵਾਂ ਮੋੜ ਆ ਗਿਆ, ਨਵਾਂ ਅਹਿਸਾਸ ਆ ਗਿਆ ਜਿਸ ਨੇ ਉਸਦੀ ਉਮਰ ਤੋਂ ਪਹਿਲਾਂ ਹੀ ਵੱਡਾ ਕਰ ਦਿੱਤਾ। ਦੀਪ ਨੇ ਕਈ ਵਾਰ ਆਪਣੀ ਮਾਂ ਨੂੰ ਕਿਹਾ ਵੀ ਮੈਂ ਦੀਦੀ ਕੋਲ ਨਹੀਂ ਸੌਣਾ, ਮੈਨੂੰ ਡਰ ਲੱਗਦਾ, ਪਰ ਮਾਂ ਨੇ ਇੱਕ ਨਾ ਸੁਣੀ ਕਿ ਉਸਦੇ ਮੁੰਡੇ ਨਾਲ ਕੁੜੀ ਦੁਆਰਾ ਸਰੀਰਕ ਸ਼ੋਸ਼ਣ ਹੋ ਰਿਹਾ।